हेलो स्टूडेंट्स, चैप्टर 3 कर रहे हैं बेटा अज। चैप्टर 3 ऑफ स्टैटिस्टिकल मैकेनिक्स दैट इज़ बोस आइंस्टाइन एंड फर्मी ड्रैग स्टैटिस्टिक्स। ਹੁਣ ਇਸ ਚੈप्टर 'ਚ ਆਪਾਂ ਨੇ ਜਿਹੜੀਆਂ ਆਪਣੀਆਂ ਪੈਂਡਿੰਗ ਦੋ ਕੁਆਂਟਮ ਸਟੈਟਿਸਟਿਕਸ ਨੇ ਦੈਟ ਆਰ ਬੋਸ ਐਂਡ ਫਰਮੀ ਡਰੈਗ ਸਟੈਟਿਸਟਿਕਸ ਉਹ ਪੜ੍ਹਨੀਆਂ ਨੇ। ਐਕਚੁਅਲੀ ਜਿਹੜੀ ਮੈਕਸਵੈਲ ਸਟੈਟਿਸਟਿਕਸ ਹੈ ਉਹ ਅੰਡਰ ਆਉਂਦੀ ਹੈ ਕਲਾਸੀਕਲ ਸਟੈਟਿਸਟਿਕਸ ਦੇ। ਬੋਸ ਆइंस्टाइन ਐਂਡ ਫਰਮੀ ਡਰੈਗ ਸਟੈਟਿਸਟਿਕਸ ਆਉਂਦੀਆਂ ਨੇ ਕੁਆਂਟਮ ਦੇ ਅੰਡਰ। ਹੁਣ ਇੱਥੇ ਕੁਐਸਚਨ ਇਹ ਹੈ ਕਿ ਇਹ ਦੋਨੋਂ ਉਹਦੇ ਵਿੱਚ ਕਿਉਂ ਨਹੀਂ ਅਸੀਂ ਸਟੱਡੀ ਕਰ ਸਕਦੇ ਕਲਾਸੀਕਲ ਸਟੈਟਿਸਟਿਕਸ ਦੇ ਵਿੱਚ ਤੇ ਕੁਆਂਟਮ 'ਚ ਇਹਨਾਂ ਨੂੰ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਹੈ। ਪਹਿਲੀ ਗੱਲ ਤਾਂ ਬੇਟਾ ਇਹ ਸਮਝੋ ਕਿ ਕਲਾਸੀਕਲ ਤੇ ਕੁਆਂਟਮ ਦੇ ਵਿੱਚ ਡਿਫਰੈਂਸ ਕੀ ਹੈ। ਕਲਾਸੀਕਲ ਸਟੈਟਿਸਟਿਕਸ ਜਿਹੜੀ ਹੈ ਉਹਦਾ ਮਤਲਬ ਹੈ ਕਿ ਅਸੀਂ ਉੱਥੇ ਪਾਰਟੀਕਲ ਨੂੰ ਪਾਰਟੀਕਲ ਫਾਰਮ ਦੇ ਵਿੱਚ ਪੜ੍ਹਦੇ ਹਾਂ, ਵੇਵ ਨੂੰ ਵੇਵ ਫਾਰਮ ਦੇ ਵਿੱਚ ਹੀ ਪੜ੍ਹਦੇ ਹਾਂ। ਪਰ ਕੁਝ ਫਿਨੋਮੀਨਾਜ਼ ਇਸ ਤਰ੍ਹਾਂ ਦੇ ਸੀ ਜਾਂ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਅਰਾਈਜ਼ ਹੋਈਆਂ ਜਿਹੜੀਆਂ ਕਿ ਉਹ ਥਿਊਰੀ ਨੂੰ ਲੈ ਕੇ ਪ੍ਰੂਵ ਨਹੀਂ ਸੀ ਹੋ ਪਾਉਂਦੀਆਂ। ਜਿਸ ਤਰ੍ਹਾਂ ਆਪਾਂ ਫੋਟੋ ਇਲੈਕਟ੍ਰਿਕ ਇਫੈਕਟ ਪੜ੍ਹਦੇ ਹਾਂ, ਦੇਖੋ ਤੁਸੀਂ ਕੁਆਂਟਮ ਮਕੈਨਿਕਸ ਜਦੋਂ ਵੀ ਪੜ੍ਹਦੇ ਹੋ ਉਹ 'ਚ ਸਭ ਤੋਂ ਪਹਿਲਾਂ ਤੁਸੀਂ ਫੋਟੋ ਇਲੈਕਟ੍ਰਿਕ ਇਫੈਕਟ ਪੜ੍ਹਦੇ ਹੋ। ਉਸੇ ਤਰ੍ਹਾਂ ਬਲੈਕ ਬਾਡੀ ਰੇਡੀਏਸ਼ਨ ਦਾ ਕਨਸੈਪਟ ਹੈ ਜਾਂ ਸਪੈਸੀਫਿਕ ਹੀਟ ਹੈ ਜਿਹੜੀ ਤੁਸੀਂ ਕੰਡੈਂਸਡ ਫਿਜ਼ਿਕਸ ਦੇ ਵਿੱਚ ਪੜ੍ਹੋਗੇ। ਇਹ ਕੁਝ ਇਸ ਤਰ੍ਹਾਂ ਦੇ ਕੁਝ ਕਨਸੈਪਟ ਸੀਗੇ ਜਿਹੜੇ ਕਲਾਸੀਕਲ ਸਟੈਟਿਸਟਿਕਸ ਦੇ ਨਾਲ ਪ੍ਰੂਵ ਨਹੀਂ ਹੋ ਪਾਏ ਸੀ। ਫਿਰ ਕੁਆਂਟਮ ਅਪਰੋਚ ਯੂਜ਼ ਕੀਤੀ ਗਈ। ਹੁਣ ਕੁਆਂਟਮ ਅਪਰੋਚ 'ਚ ਕੀ ਹੁੰਦਾ ਹੈ ਕਿ ਅਸੀਂ ਡਿਊਲ ਨੇਚਰ ਕੰਸੀਡਰ ਕਰਦੇ ਹਾਂ, ਕਿਉਂਕਿ ਡੀ ਬਰੋਗਲੀ ਨੇ ਹਾਈਪੋਥੀਸਿਸ ਦਿੱਤੀ ਸੀ ਕਿ ਡਿਊਲ ਨੇਚਰ ਦੀ। ਡਿਊਲ ਨੇਚਰ ਦੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਅਸੀਂ ਪਾਰਟੀਕਲ ਦੀ ਵੇਵ ਨੇਚਰ ਕੰਸੀਡਰ ਕਰਦੇ ਹਾਂ ਤੇ ਵੇਵ ਦੀ ਪਾਰਟੀਕਲ ਨੇਚਰ ਕੰਸੀਡਰ ਕਰਕੇ ਕੁਝ ਕਨਸੈਪਟਸ ਨੇ ਜਿਹੜੇ ਉਹ ਫਿਰ ਉਹ ਥਿਊਰੀ ਨੂੰ ਐਜ਼ਿਊਮ ਕਰਕੇ ਪ੍ਰੂਵ ਹੋ ਗਏ ਸੀ। ਸੇਮ ਇੱਥੇ ਹੈ। ਇਹਦੇ 'ਚ ਕੀ ਹੈ ਕਿ ਦੇਖੋ ਜਿਹੜੀ ਮੈਕਸਵੈਲ ਸਟੈਟਿਸਟਿਕਸ ਸੀ ਦੈਟ ਇਜ਼ ਅਪਲਾਈਡ ਫॉर ਗੈਸਿਸ ਓਨਲੀ। ਉਹ ਗੈਸਿਸ 'ਤੇ ਅਪਲਾਈ ਹੁੰਦੀ ਸੀ ਕਿਉਂਕਿ ਉਹ ਜੋ ਉਸ ਥਿਊਰੀ ਦੇ ਪੁਆਇੰਟ ਸੀਗੇ ਉਹ ਗੈਸਿਸ 'ਤੇ ਐਪਲੀਕੇਬਲ ਸੀ। ਪਰ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰੀਏ ਕਿ ਮੰਨ ਲਓ ਮੈਟਲ ਹੈ ਤੁਹਾਡੇ ਕੋਲ, ਮੈਟਲ ਦੇ ਵਿੱਚ ਕੰਡਕਸ਼ਨ ਇਲੈਕਟ੍ਰੋਨਸ ਪਏ ਨੇ। ਉਹ ਇਲੈਕਟ੍ਰੋਨਸ ਕੀ ਨੇ, ਉਹ ਫ੍ਰੀ ਫਾਰਮ 'ਚ ਪਏ ਨੇ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਅਗਰ ਅਸੀਂ ਕੋਈ ਗੈਸ ਕਿਸੇ ਕੰਟੇਨਰ 'ਚ ਲੈ ਲਈਏ ਤਾਂ ਉਹਦੇ ਪਾਰਟੀਕਲਸ ਫ੍ਰੀਲੀ ਮੂਵ ਕਰਦੇ ਨੇ। ਉਸੇ ਤਰ੍ਹਾਂ ਜਿਹੜੀਆਂ ਮੈਟਲਸ ਨੇ, ਮੈਟਲਸ 'ਚ ਕੰਡਕਸ਼ਨ ਇਲੈਕਟ੍ਰੋਨਸ ਪਏ ਨੇ ਤਾਂ ਫਿਰ ਅਸੀਂ ਉਹਨੂੰ ਵੀ ਉਸੇ ਤਰ੍ਹਾਂ ਕੰਸੀਡਰ ਕਰ ਸਕਦੇ ਸੀ। ਪਰ ਬੇਟਾ ਤੇ ਪ੍ਰੋਬਲਮ ਕੀ ਹੈ ਕਿ ਜਦੋਂ ਆਪਾਂ ਇਲੈਕਟ੍ਰੋਨਸ ਦੀ ਗੱਲ ਕਰਦੇ ਹਾਂ ਨਾਲ ਦੀ ਨਾਲ ਉੱਤੇ ਪੋਲੀਜ਼ ਐਕਸਕਲੂਜਨ ਪ੍ਰਿੰਸੀਪਲ ਵੀ ਫੋਲੋ ਕਰਨਾ ਪੈਂਦਾ ਜਿਹੜਾ ਕਿ ਗੈਸਿਸ ਦੇ ਕੇਸ 'ਚ ਨਹੀਂ ਐਪਲੀਕੇਬਲ ਹੈ। ਦੈਟਸ ਵਾਈ ਇੱਥੇ ਫਿਰ ਇਹ ਪ੍ਰੋਬਲਮ ਆਈ ਸੀਗੀ, ਮਤਲਬ ਕੁਝ ਕੌਨਸਟੈਂਟਸ ਕੁਝ ਕੰਡੀਸ਼ਨਸ ਹੋਣ ਕਰਕੇ ਪ੍ਰੋਬਲਮ ਆਈ ਸੀ ਕਿ ਜਿਹੜੇ ਇਲੈਕਟ੍ਰੋਨਸ ਨੇ ਜਾਂ ਉਹ ਪਾਰਟੀਕਲ ਜਿਨ੍ਹਾਂ ਦੀ ਹਾਫ ਇੰਟੈਗਰਲ ਸਪਿਨ ਸੀਗੀ ਉਹਨਾਂ 'ਤੇ ਅਸੀਂ ਇਹ ਥਿਊਰੀ ਜਿਹੜੀ ਕਲਾਸੀਕਲ ਥਿਊਰੀ ਸੀ ਉਹ ਨਹੀਂ ਅਪਲਾਈ ਕਰ ਪਾ ਰਹੇ ਸੀ। ਸੈਕਿੰਡਲੀ ਸੀ ਬਲੈਕ ਬਾਡੀ ਰੇਡੀਏਸ਼ਨਸ। ਬਲੈਕ ਬਾਡੀ ਰੇਡੀਏਸ਼ਨਸ 'ਚ ਕੀ ਸੀਗਾ ਕਿ ਮੇਨ ਸਪੋਜ਼ ਇੱਕ ਹੋਲੋ ਇਨਕਲੋਜ਼ਰ ਲੈ ਲਿਆ, ਇੱਕ ਹੋਲੋ ਇਨਕਲੋਜ਼ਰ ਹੈ, ਉਹਦੇ 'ਚ ਬਲੈਕ ਬਾਡੀ ਕੰਸਟਰਕਟ ਕੀਤੀ ਹੋਈ ਹੈ। ਉਹ ਬਲੈਕ ਬਾਡੀ ਦੇ ਵਿੱਚ ਬਲੈਕ ਬਾਡੀ ਦੀ ਦੇਖੋ ਐਬਜ਼ੌਰਬ ਕਰਨ ਦੀ ਟੈਂਡੈਂਸੀ ਹੁੰਦੀ ਹੈ, ਉਨੀ ਹੀ ਉਹਦੀ ਰੇਡੀਏਸ਼ਨਸ ਨੂੰ ਐਮਿਟ ਕਰਨ ਦੀ ਟੈਂਡੈਂਸੀ ਹੁੰਦੀ ਹੈ। ਹੁਣ ਉਹ ਜਿਹੜੀਆਂ ਬਲੈਕ ਬਾਡੀ ਰੇਡੀਏਸ਼ਨਸ ਨੇ ਉਹਨਾਂ ਦਾ ਜਿਹੜਾ ਪਾਰਟੀਕਲ ਹੈ ਉਹ ਹੈ ਫੋਟੋਨ, ਕਿਉਂਕਿ ਜਿੰਨੀਆਂ ਵੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੇ ਉਹਨਾਂ ਸਾਰਿਆਂ ਦਾ ਪਾਰਟੀਕਲ ਹੈ ਫੋਟੋਨ। ਕਿਉਂਕਿ ਬਲੈਕ ਬਾਡੀ ਰੇਡੀਏਸ਼ਨ ਇਹ ਟੈਂਪਰੇਚਰ ਦੇ ਨਾਲ ਰਿਲੇਟਿਡ ਹੈ, ਮਤਲਬ ਥਰਮਲ ਰੇਡੀਏਸ਼ਨਸ। ਥਰਮਲ ਰੇਡੀਏਸ਼ਨਸ ਵੀ ਕੀ ਨੇ, ਥਰਮਲ ਰੇਡੀਏਸ਼ਨਸ ਆਲਸੋ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਇਨਫਰਾਰੈਡ ਬੋਲਦੇ ਆਪਾਂ ਇਹਨਾਂ ਨੂੰ ਸਾਇੰਟੀਫਿਕ ਲੈਂਗੁਏਜ ਦੇ ਵਿੱਚ। ਤਾਂ ਉੱਥੇ ਜਿਹੜੇ ਫੋਟੋਨ ਸੀ, ਫੋਟੋਨ ਨੂੰ ਵੀ ਅਸੀਂ ਕਲਾਸੀਕਲ ਥਿਊਰੀ ਦੇ ਨਾਲ ਐਕਸਪਲੇਨ ਨਹੀਂ ਕਰ ਪਾ ਰਹੇ ਸੀ ਕਿਉਂਕਿ ਕਲਾਸੀਕਲ ਥਿਊਰੀ ਦੇ ਵਿੱਚ ਜਿਹੜਾ ਕੁਆਂਟਾਈਜੇਸ਼ਨ ਦਾ ਪ੍ਰੋਸੈਸ ਹੁੰਦਾ, ਕੁਆਂਟਾਈਜ਼ਡ ਆਪਾਂ ਕਹਿੰਦੇ ਹਾਂ ਕਿ ਸਿਸਟਮ ਕੁਆਂਟਾਈਜ਼ਡ ਹੈ ਵੀ ਜਦੋਂ ਵੀ ਟਰਾਂਸਫਰ ਹੋਊਗੀ ਐਨਰਜੀ ਦੀ, ਜਦੋਂ ਵੀ ਟਰਾਂਸਫਰ ਹੋਊਗੀ ਐਨਰਜੀ ਦੀ ਉਹ ਇੱਕ ਕੁਆਂਟਾਈਜ਼ਡ ਮਤਲਬ ਇੱਕ ਪ੍ਰੋਪਰ ਸੀਕੁਐਂਸ 'ਚ ਹੋਊਗੀ, ਸਮਥਿੰਗ ਇੰਟੈਗਰਲ ਮਲਟੀਪਲ ਆਫ ਦੈਟ ਫਾਰਮੂਲਾ। ਪਰ ਕਲਾਸੀਕਲ 'ਚ ਐਸਾ ਕੁਝ ਨਹੀਂ ਸੀ। ਠੀਕ ਹੈ ਜੀ। ਕੁਆਂਟਮ ਦੇ ਵਿੱਚ ਇਹ ਚੀਜ਼ਾਂ ਸਾਨੂੰ ਕੁਆਂਟਾਈਜੇਸ਼ਨ ਦਾ ਪ੍ਰੋਸੈਸ ਵੀ ਅਪਲਾਈ ਕਰਨਾ ਪਊਗਾ ਜਿਹੜਾ ਕਿ ਫੋਟੋਨਸ 'ਤੇ ਐਪਲੀਕੇਬਲ ਹੈ। ਦੈਟ ਮੀਨਸ ਕਿ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨ ਸੀਗੀਆਂ, ਕੁਝ ਪ੍ਰੋਬਲਮ ਸੀਗੀਆਂ ਜਿਨ੍ਹਾਂ ਨੂੰ ਅਸੀਂ ਕਲਾਸੀਕਲ ਥਿਊਰੀ ਦੇ ਨਾਲ ਐਕਸਪਲੇਨ ਨਹੀਂ ਕਰ ਪਾਏ ਸੀ। ਦੈਟਸ ਵਾਈ ਵੀ ਯੂਜ਼ ਕੁਆਂਟਮ ਸਟੈਟਿਸਟਿਕਸ। ਤਾਂ ਕੁਆਂਟਮ ਸਟੈਟਿਸਟਿਕਸ ਬੇਟਾ ਇਹਦੇ 'ਚ ਕੁਝ ਦੋ ਨਾ ਛੋਟੇ ਛੋਟੇ ਕੁਐਸਚਨਸ ਆਉਂਦੇ ਆ ਤੁਹਾਨੂੰ ਪੇਪਰ 'ਚ। ਉਹ ਕੁਐਸਚਨਸ ਕੀ ਨੇ ਵੀ ਫੋਟੋਨ ਗੈਸ ਕੀ ਹੁੰਦੀ ਹੈ, ਇਲੈਕਟ੍ਰੋਨ ਗੈਸ ਕੀ ਹੁੰਦੀ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਇਹ ਦੱਸਦਾ ਕਿ ਦੇਖੋ ਬੋਸ ਆइंस्टाइन ਸਟੈਟਿਸਟਿਕ ਹੈ, ਬੋਸ ਆइंस्टाइन ਐਪਲੀਕੇਬਲ ਔਨ ਫੋਟੋਨਸ।
ਇਹ ਫੋਟੋਨਸ ਤੇ ਐਪਲੀਕੇਬਲ ਹੈ। ਫੋਟੋਨਸ ਦੇ ਲਈ ਇਸ ਚੀਜ਼ ਨੂੰ ਪ੍ਰੂਵ ਕਰਨ ਦੇ ਲਈ ਬਲੈਕ ਬਾਡੀ ਰੇਡੀਏਸ਼ਨਸ ਦਾ ਜਿਹੜਾ ਕਨਸੈਪਟ ਹੈ ਉਹ ਇਹਦੇ ਥਰੂ ਪ੍ਰੂਵ ਕੀਤਾ ਜਾਂਦਾ ਬਾਏ ਬੋਸ ਆਇਨਸਟਾਈਨ ਸਟੈਟਿਸਟਿਕਸ। ਇੱਕ ਚੀਜ਼ ਹੋਰ ਧਿਆਨ ਰੱਖੋ ਬੇਟਾ, ਜਿਹੜੇ ਬੋਸ ਸੀ ਇਹ ਇੰਡੀਅਨ ਸਾਇੰਟਿਸਟ ਨੇ, ਇਹਨਾਂ ਐਟ ਏ ਟਾਈਮ ਇਹ ਵੀ ਇਸ ਚੀਜ਼ ਤੇ ਵਰਕ ਕਰ ਰਹੇ ਸੀ, ਆਇਨਸਟਾਈਨ ਵੀ ਇਸੇ ਚੀਜ਼ ਤੇ ਵਰਕ ਕਰ ਰਹੇ ਸੀ, ਤਾਂ ਦੋਨਾਂ ਦੀ ਥਿਊਰੀ ਉਸ ਟਾਈਮ ਕੰਬਾਈਨ ਹੋ ਕੇ ਬੋਸ ਆਇਨਸਟਾਈਨ ਥਿਊਰੀ ਬਣੀ ਸੀਗੀ। ਕਲੀਅਰ ਹੈ। ਉਸ ਤੋਂ ਬਾਅਦ ਸੈਕਿੰਡ ਹੈ ਫਰਮੀ ਡਰੈਗ। ਫਰਮੀ ਡਰੈਗ ਸਟੈਟਿਸਟਿਕ ਆਪਾਂ ਅਪਲਾਈ ਕਰਾਂਗੇ ਇਲੈਕਟ੍ਰੋਨਸ ਤੇ। ਕਲੀਅਰ ਹੈ। ਮੈਕਸਵੈਲ ਕਾਹਦੇ ਤੇ ਐਪਲੀਕੇਬਲ ਸੀ? ਔਨ ਗੈਸਿਸ। ਬੋਸ ਆਇਨਸਟਾਈਨ ਆਪਾਂ ਯੂਜ਼ ਕਰਾਂਗੇ ਫੋਟੋਨਸ ਦੇ ਲਈ, ਫਰਮੀ ਡਰੈਗ ਆਪਾਂ ਯੂਜ਼ ਕਰਾਂਗੇ ਇਲੈਕਟ੍ਰੋਨਸ ਦੇ ਲਈ। ਕਲੀਅਰ ਹੈ। ਤਾਂ ਹੁਣ ਕਿਉਂਕਿ ਜਦੋਂ ਅਸੀਂ ਫੋਟੋਨਸ ਦੇਖ ਰਹੇ ਹਾਂ ਤਾਂ ਕੁਐਸਚਨ ਇੱਥੇ ਕਈ ਵਾਰੀ ਸ਼ਾਰਟ ਮਾਰਕਸ ਜਾਂਦਾ, ਫੋਟੋਨ ਗੈਸ ਕੀ ਹੁੰਦੀ ਹੈ, ਇਲੈਕਟ੍ਰੋਨ ਗੈਸ ਕੀ ਹੁੰਦੀ ਹੈ। ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਬਲੈਕ ਬਾਡੀ ਦੱਸ ਰਹੀ ਹਾਂ, ਬਲੈਕ ਬਾਡੀ ਕੰਸੀਡਰ ਕਰ ਲਈ, ਅਗਰ ਅਸੀਂ ਇਹਨੂੰ એનર્ਜੀ ਦੇ ਰਹੇ ਹਾਂ, ਹੀਟ ਦੇ ਰਹੇ ਹਾਂ, ਤਾਂ ਇਹ ਐਬਜ਼ੌਰਬ ਕਰਨ ਦੀ ਟੈਂਡੈਂਸੀ ਰੱਖਦੀ ਹੈ। ਤਾਂ ਇਹਦੇ 'ਚ ਕੀ ਹੁੰਦਾ ਕਿ ਕੰਟੀਨਿਊਸਲੀ ਇਹ ਰੇਡੀਏਸ਼ਨਸ ਐਮਿਟ ਕਰਦੀ ਹੈ, ਰੇਡੀਏਸ਼ਨਸ ਐਬਜ਼ੌਰਬ ਕਰਦੀ ਹੈ ਬਾਡੀ। ਤਾਂ ਇਹਦੇ ਜਿਹੜੇ ਪਾਰਟੀਕਲਸ ਨੇ ਕੰਟੀਨਿਊਸਲੀ ਮਤਲਬ ਐਮਿਟ ਹੁੰਦੇ ਰਹਿੰਦੇ ਨੇ, ਐਬਜ਼ੌਰਬ ਹੁੰਦੇ ਰਹਿੰਦੇ ਨੇ, ਤਾਂ ਉਹ ਇਹ ਜਿਹੜਾ ਇਨਕਲੋਜ਼ਰ ਬਣ ਜਾਂਦਾ, ਆ ਸਾਰਾ ਸਿਸਟਮ ਬਣ ਜਾਂਦਾ। ਇਹ ਉਸੇ ਤਰ੍ਹਾਂ ਬਿਹੇਵ ਕਰਦਾ ਕਿ ਜਿਸ ਤਰ੍ਹਾਂ ਕਿਸੇ ਕੰਟੇਨਰ ਦੇ ਵਿੱਚ ਗੈਸ ਹੁੰਦੀ ਹੈ। ਦੈਟਸ ਵਾਈ ਆਪਾਂ ਇਹਨੂੰ ਕੀ ਬੋਲ ਦਿੰਦੇ ਹਾਂ? ਫੋਟੋਨ ਗੈਸ। ਇਲੈਕਟ੍ਰੋਨ ਗੈਸ ਕੀ ਹੈ? ਤੁਹਾਡੇ ਕੋਲ ਕੋਈ ਮੈਟਲ ਹੈ ਜਿਹਦੇ 'ਚ ਕੰਡਕਸ਼ਨ ਇਲੈਕਟ੍ਰੋਨਸ ਪਏ, ਮਤਲਬ ਫ੍ਰੀ ਇਲੈਕਟ੍ਰੋਨਸ ਪਏ ਨੇ, ਉਹ ਫ੍ਰੀ ਇਲੈਕਟ੍ਰੋਨਸ ਵੀ ਜਿਹੜੇ ਹੈ ਉਹ ਇੱਕ ਗੈਸ ਦੀ ਤਰ੍ਹਾਂ ਬਿਹੇਵ ਕਰਦੇ ਨੇ। ਦੈਟਸ ਵਾਈ ਅਸੀਂ ਉਹਨੂੰ ਬੋਲ ਦਿੰਦੇ ਹਾਂ ਇਲੈਕਟ੍ਰੋਨ ਗੈਸ। ਨੈਕਸਟ ਹੈ ਕੁਆਂਟਮ ਸਟੈਟਿਸਟਿਕਸ ਦੇ ਵਿੱਚ ਜਿਹੜੀਆਂ ਤੁਸੀਂ ਦੋ ਰੇਂਜ ਪੜ੍ਹ ਰਹੇ ਹੋ, ਦੈਟ ਇਜ਼ ਬੋਸ ਆਇਨਸਟਾਈਨ ਐਂਡ ਫਰਮੀ ਡਰੈਗ। ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੀ ਡਿਫਰੈਂਸ ਹੈ? ਦੇਖੋ ਕਲਾਸਿਕ ਤੇ ਕੁਆਂਟਮ 'ਚ ਤਾਂ ਅਸੀਂ ਕਰ ਚੁੱਕੇ ਹਾਂ, ਪਰ ਬੋਸ ਆਇਨਸਟਾਈਨ ਤੇ ਫਰਮੀ ਡਰੈਗ ਦੇ ਜਿਹੜੇ ਡਿਫਰੈਂਸ ਦੇ ਪੁਆਇੰਟਸ ਨੇ ਉਹ ਕੀ ਨੇ? ਦੇਖੋ ਆਹ ਪੁਆਇੰਟ ਤਾਂ ਸੇਮ ਹੈ ਇਹਨਾਂ ਦਾ ਕਿ ਆਇਡੈਂਟੀਕਲ ਨੇ ਪਾਰਟੀਕਲ, ਇਨਡਿਸਟਿੰਗੁਇਸ਼ੇਬਲ ਨੇ। ਇਹਦੇ 'ਚ ਐਨੀ ਨੰਬਰ ਆਫ ਪਾਰਟੀਕਲਸ ਕੈਨ ਆਕਿਊਪਾਈ ਅ ਫੇਜ਼ ਸਪੇਸ ਸੈੱਲ। ਇਹਦੇ ਵਿੱਚ ਇਹ ਕਹਿੰਦੇ ਕਿ ਜਿੰਨੇ ਮਰਜ਼ੀ ਪਾਰਟੀਕਲ ਫੇਜ਼ ਸਪੇਸ ਸੈੱਲ ਦੇ ਵਿੱਚ ਜਾ ਸਕਦੇ ਨੇ। ਠੀਕ ਹੈ। ਹੁਣ ਇਹਦੇ ਵਿੱਚ ਕੀ ਸੀਗਾ? ਸੈੱਲ ਦਾ ਜਿਹੜਾ ਸਾਈਜ਼ ਸੀ ਬੋਸ ਆਇਨਸਟਾਈਨਸ ਕੈਨ ਨਾਟ ਬੀ ਲੈਸ ਦੈਨ h³। ਇਹਦੇ 'ਚ ਸਾਈਜ਼ h³ ਤੋਂ ਘੱਟ ਨਹੀਂ ਹੋ ਸਕਦਾ ਸੀ, ਇਹਦੇ 'ਚ ਵੀ ਨਹੀਂ ਹੋ ਸਕਦਾ ਸੀ। ਠੀਕ ਹੈ। ਹੁਣ ਨੈਕਸਟ ਪੁਆਇੰਟ ਡਿਫਰੈਂਟ ਹੈ। ਇਹਦੇ 'ਚ ਨੰਬਰ ਆਫ ਸੈੱਲਸ ਕੰਪੇਅਰੇਬਲ ਨੇ ਵਿਦ ਨੰਬਰ ਆਫ ਪਾਰਟੀਕਲਸ। ਸੈੱਲ ਓਨੇ ਕੀ ਨੇ ਜਿੰਨੇ ਕੁ ਪਾਰਟੀਕਲਸ ਨੇ। ਦੈਟ ਮੀਨਸ ਆਕਿਊਪੇਸ਼ਨ ਇੰਡੈਕਸ ਇਜ਼ ਆਲਮੋਸਟ ਇਕੁਅਲ ਟੂ 1। ਇਹਦੇ ਵਿੱਚ ਕੀ ਹੈ? ਇਹ ਫੇਜ਼ ਸਪੇਸ ਸੈੱਲ ਕੈਨ ਨਾਟ ਕੰਟੇਨ ਮੋਰ ਦੈਨ 1 ਪਾਰਟੀਕਲ ਡਿਊ ਟੂ ਪੋਲੀਜ਼ ਐਕਸਕਲੂਜਨ ਪ੍ਰਿੰਸੀਪਲ। ਕਿਉਂਕਿ ਹੁਣ ਫਰਮੀ ਡਰੈਗ ਸਟੈਟਿਸਟਿਕ ਅਪਲਾਈ ਹੈ ਓਨਲੀ ਫॉर ਦੋਜ਼ ਪਾਰਟੀਕਲਸ ਵਿਚ ਹੈਵ ਹਾਫ ਇੰਟੈਗਰਲ ਸਪਿਨ, ਤਾਂ ਉੱਥੇ ਪੋਲੀਜ਼ ਐਕਸਕਲੂਜਨ ਪ੍ਰਿੰਸੀਪਲ ਆ ਜਾਂਦਾ। ਤਾਂ ਇਹਦੇ ਵਿੱਚ ਕਹਿੰਦਾ ਫੇਜ਼ ਸਪੇਸ ਸੈੱਲ ਦੇ ਵਿੱਚ ਇੱਕ ਤੋਂ ਜ਼ਿਆਦਾ ਪਾਰਟੀਕਲ ਨਹੀਂ ਹੋ ਸਕਦਾ ਕਿਉਂਕਿ ਪੋਲੀਜ਼ ਐਕਸਕਲੂਜਨ ਪ੍ਰਿੰਸੀਪਲ ਅਪਲਾਈ ਕਰਨਾ ਪਊਗਾ। ਇਟ ਡਜ਼ਨਟ ਓਬੇ ਪੋਲੀਜ਼ ਐਕਸਕਲੂਜਨ ਪ੍ਰਿੰਸੀਪਲ। ਬੋਸ ਆਇਨਸਟਾਈਨ ਨਹੀਂ ਓਬੇ ਕਰਦੀ। ਠੀਕ ਹੈ ਜੀ। ਪਾਰਟੀਕਲਸ ਇਨ ਦਿਸ ਸਟੈਟਿਸਟਿਕਸ ਆਰ ਕਾਲਡ ਬੋਸੋਨਸ। ਇਹ 'ਚ ਜਿਹੜੇ ਪਾਰਟੀਕਲਸ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਬੋਸੋਨਸ। ਤੇ ਉਹਨਾਂ ਦੀ ਸਪਿਨ ਇੰਟੈਗਰਲ ਹੈ। ਕਲੀਅਰ ਹੈ। ਸਪਿਨ ਇੰਟੈਗਰਲ ਹੈ। ਠੀਕ ਹੈ। ਜਿਸ ਤਰ੍ਹਾਂ 1 2 3 ਐਗਜ਼ਾਮਪਲ ਕੀ ਹੈ ਇਹਦੀ? ਫੋਟੋਨਸ। ਇਹਦੇ 'ਚ ਕੀ ਹੈ? ਫੇਜ਼ ਸਪੇਸ ਸੈੱਲਸ ਆਰ ਲਾਰਜ ਐਜ਼ ਕੰਪੇਅਰ ਟੂ ਨੰਬਰ ਆਫ ਪਾਰਟੀਕਲਸ। ਇਹ 'ਚ ਫੇਜ਼ ਸਪੇਸ ਸੈੱਲ ਜ਼ਿਆਦਾ ਹੋਣਗੇ ਤੇ ਪਾਰਟੀਕਲਸ ਘੱਟ ਹੋਣਗੇ ਕਿਉਂਕਿ ਇੱਕ ਪਾਰਟੀਕਲ ਹੀ ਇੱਕ ਪੋਜੀਸ਼ਨ ਆਕਿਊਪਾਈ ਕਰ ਪਾਊਗਾ। ਦੈਟਸ ਵਾਈ ਇਹਦਾ ਜਿਹੜਾ ਆਕਿਊਪੇਸ਼ਨ ਇੰਡੈਕਸ ਹੋਊਗਾ ਉਹ ਲੋ ਹੋਊਗਾ। ਲੋ ਆਪਣੇ ਆਪ ਹੀ ਹੋਣਾ ਬੇਟਾ। ਸੈੱਲ ਜ਼ਿਆਦਾ ਨੇ, ਪਾਰਟੀਕਲਸ ਘੱਟ ਨੇ, ਹੋ ਸਕਦਾ ਕਿ ਕੁਝ ਸੈੱਲ ਖਾਲੀ ਰਹਿ ਜਾਣ। ਕਲੀਅਰ ਹੈ। ਇਹਦੇ 'ਚ ਪਾਰਟੀਕਲਸ ਨੇ ਜਿਹੜੇ ਆਪਾਂ ਉਹਨਾਂ ਨੂੰ ਕੀ ਬੋਲਦੇ ਹਾਂ? ਫਰਮੀਓਨਸ। ਤੇ ਇਹਨਾਂ ਦੀ ਹਾਫ ਇੰਟੈਗਰਲ ਸਪਿਨ ਹੁੰਦੀ ਹੈ, ਜਿਵੇਂ ਪ੍ਰੋਟੋਨਸ ਨੇ, ਇਲੈਕਟ੍ਰੋਨਸ ਨੇ ਜਾਂ ਪੋਜ਼ਿਟਰੋਨਸ ਨੇ। ਕਲੀਅਰ ਹੈ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਬੋਸ ਆਇਨਸਟਾਈਨ ਡਿਸਟ੍ਰੀਬਿਊਸ਼ਨ ਲਾ। ਹੁਣ ਜਿਸ ਤਰ੍ਹਾਂ ਅਸੀਂ ਮੈਕਸਵੈਲ ਡਿਸਟ੍ਰੀਬਿਊਸ਼ਨ ਲਾ ਕੀਤਾ ਉਸੇ ਤਰ੍ਹਾਂ ਅਸੀਂ ਬੋਸ ਆਇਨਸਟਾਈਨ ਡਿਸਟ੍ਰੀਬਿਊਸ਼ਨ ਲਾ ਕਰਨਾ ਹੈ। ਇਹਦੇ ਵਿੱਚ ਕੀ ਹੈ ਕਿ ਸਪੋਜ਼ ਕਰੋ n1 n2 ਅਪ ਟੂ nk ਨੰਬਰ ਆਫ ਪਾਰਟੀਕਲਸ ਨੇ ਜਿਨ੍ਹਾਂ ਦੀ એનર્ਜੀ n1 ਦੀ u1 ਹੈ, n2 ਦੀ u2 ਹੈ, nk 'ਚ ਪਏ ਨੇ ਤਾਂ ਉਹਨਾਂ ਦੀ uk ਹੈ। GI ਕੀ ਨੇ? ਸੈੱਲਸ ਨੇ ਆਇਤ ਕੰਪਾਰਟਮੈਂਟ ਦੇ ਵਿੱਚ। ਇੱਕ ਪਰਟੀਕੂਲਰ ਕੰਪਾਰਟਮੈਂਟ ਹੈ, ਕੋਈ ਵੀ ਆਇਤ ਕੰਪਾਰਟਮੈਂਟ 'ਚ ਉਹਦੇ 'ਚ ਤੁਸੀਂ ਕਿੰਨੇ ਸੈੱਲ ਬਣਾ ਰਹੇ ਹੋ। ਕਿਉਂਕਿ ਆਪਾਂ ਕੀ ਪੜ੍ਹਦੇ ਆ ਰਹੇ ਹਾਂ ਕਿ ਸਾਡੇ ਕੋਲ ਅਗਰ ਅਨਇਕੁਅਲ ਸਾਈਜ਼ ਦੇ ਕੰਪਾਰਟਮੈਂਟਸ ਨੇ ਤਾਂ ਅਸੀਂ ਉਹਨਾਂ ਨੂੰ ਇਕੁਅਲ ਸਾਈਜ਼ ਦੇ ਵਿੱਚ ਕਨਵਰਟ ਕਰਦੇ ਹਾਂ। ਜਿਸ ਤਰ੍ਹਾਂ ਮੇਰਾ ਫਸਟ ਕੰਪਾਰਟਮੈਂਟ ਹੈ ਤਾਂ ਇਹਦੇ ਵਿੱਚ ਸਪੋਜ਼ ਕਰੋ ਮੇਰੇ G1 ਸੈੱਲਸ ਨੇ। ਅਗਰ ਇਹ ਮੇਰਾ ਆਇਤ ਕੰਪਾਰਟਮੈਂਟ ਹੈ ਸਪੋਜ਼ ਕਰੋ ਇਹ 'ਚ G ਆਇਤ ਸੈੱਲਸ ਨੇ। ਕਲੀਅਰ ਹੈ। ਹੁਣ ਦੇਖੋ ਕਿੰਨੇ ਤਰੀਕਿਆਂ ਦੇ ਨਾਲ ਅਸੀਂ
ਪਾਰਟੀਕਲਸ ਨੂੰ ਡਿਸਟ੍ਰੀਬਿਊਟ ਕਰ ਸਕਦੇ ਹਾਂ GI ਸੈਲਸ ਦੇ ਵਿੱਚ। ਦੇਖੋ GI ਸੈਲਸ ਨੇ, NI ਪਾਰਟੀਕਲਸ ਨੇ। ਤੁਸੀਂ GI ਸੈੱਲ ਦੇ ਵਿੱਚ NI ਪਾਰਟੀਕਲਸ ਪਲੇਸ ਕਰ ਰਹੇ ਹੋ। ਮੰਨ ਲਓ ਤੁਸੀਂ ਫਸਟ ਪਾਰਟੀਕਲ ਪਲੇਸ ਕੀਤਾ ਤਾਂ ਫਸਟ ਪਾਰਟੀਕਲ ਨੂੰ ਤੁਸੀਂ GI ਵੇਜ਼ ਦੇ ਨਾਲ ਇਹਦੇ 'ਚ ਰੱਖ ਸਕਦੇ ਹੋ। ਹੁਣ ਜਿਹੜਾ ਸੈਕਿੰਡ ਪਾਰਟੀਕਲ ਹੈ, ਸੈਕਿੰਡ ਪਾਰਟੀਕਲ ਦੇ ਲਈ ਕੀ ਰਹਿ ਗਿਆ, GI-1 ਸੈਲਸ ਰਹਿ ਗਏ। ਕਲੀਅਰ ਹੈ? ਮਤਲਬ ਅਗਰ ਅਸੀਂ ਫਸਟ ਪਾਰਟੀਕਲ ਦੇਖੀਏ ਉਹ ਤਾਂ GI ਵੇਜ਼ ਦੇ ਨਾਲ ਪਲੇਸ ਹੋ ਸਕਦਾ ਹੈ। ਸੈਕਿੰਡ ਪਾਰਟੀਕਲ ਫਿਰ ਉਹਦਾ ਇੱਕ ਸੈੱਲ ਘਟ ਗਿਆ, ਉਹ GI-1 ਵੇਜ਼ ਦੇ ਨਾਲ ਪਲੇਸ ਹੋ ਸਕਦਾ ਹੈ। ਮਤਲਬ ਤੁਹਾਡੇ ਕੋਲ ਇੱਕ ਪਾਰਟੀਕਲ ਨੂੰ ਪਲੇਸ ਕਰਨ ਤੋਂ ਬਾਅਦ GI-1 ਤਾਂ ਸੈਲਸ ਪਏ ਨੇ ਤੇ ਤੁਹਾਡੇ ਕੋਲ NI ਪਾਰਟੀਕਲਸ ਪਏ ਨੇ। NI ਪਾਰਟੀਕਲਸ ਦਾ ਮਤਲਬ ਹੈ ਕਿਉਂਕਿ ਫਸਟ ਪਾਰਟੀਕਲ ਕਿਸੇ ਵੀ ਸੈੱਲ ਦੇ ਵਿੱਚ ਜਾਣ ਦੀ ਟੈਂਡੈਂਸੀ ਰੱਖਦਾ ਹੈ। ਆਪਾਂ ਨੂੰ ਨਹੀਂ ਪਤਾ ਕਿ ਇਹ ਫਸਟ ਹੈ, ਸੈਕਿੰਡ ਹੈ, ਥਰਡ ਹੈ, ਕਿੰਨੇ ਨੰਬਰ ਪਾਰਟੀਕਲ ਸੀ ਜਿਹੜਾ GI ਦੇ ਵਿੱਚ ਗਿਆ। ਤਾਂ GI-1 ਤੁਹਾਡੇ ਕੋਲ ਸੈਲਸ ਨੇ, NI ਤੁਹਾਡੇ ਕੋਲ ਪਾਰਟੀਕਲਸ ਨੇ, ਤਾਂ ਤੁਹਾਡੀਆਂ ਟੋਟਲ ਪਰਮੂਟੇਸ਼ਨਸ ਕਿੰਨੀਆਂ ਬਣ ਗਈਆਂ, NI + GI-1 ਬਣ ਗਈਆਂ। ਮਤਲਬ ਕਿ ਫਸਟ ਪਾਰਟੀਕਲ ਤਾਂ GI ਵੇਜ਼ ਦੇ ਨਾਲ ਜਾ ਸਕਦਾ ਹੈ, ਉਸ ਤੋਂ ਅਗਲਾ ਪਾਰਟੀਕਲ NI + GI-1 ਵੇਜ਼ ਦੇ ਨਾਲ ਜਾ ਸਕਦਾ ਹੈ, ਉਸ ਤੋਂ ਅਗਲਾ NI + GI-2 ਵੇਜ਼ ਦੇ ਨਾਲ ਜਾ ਸਕਦਾ ਹੈ, ਐਂਡ ਸੋ ਔਨ। ਤਾਂ ਐਂਡ ਸੋ ਔਨ ਕਰਨ ਦੀ ਬਜਾਏ ਆਪਾਂ ਕੀ ਕਰਦੇ ਹਾਂ, ਆਪਾਂ ਉਰੇ ਇਹਦੇ ਤੇ ਫੈਕਟੋਰੀਅਲ ਲਗਾ ਦਿੰਦੇ ਹਾਂ। ਫਸਟ ਪਾਰਟੀਕਲ ਜਾ ਸਕਦਾ ਬੇਟਾ GI ਵੇਜ਼ ਦੇ ਨਾਲ, ਸੈਕਿੰਡ ਪਾਰਟੀਕਲ ਜਾ ਸਕਦਾ ਹੈ NI + GI-1 ਵੇਜ਼ ਦੇ ਨਾਲ, ਉਸ ਤੋਂ ਅਗਲਾ ਪਾਰਟੀਕਲ -2 ਵੇਜ਼ ਦੇ ਨਾਲ, -3 ਐਂਡ ਸੋ ਔਨ। ਇਹ ਬਣ ਗਏ ਨੰਬਰ ਆਫ ਸੈਲਸ, ਇਹ ਬਣ ਗਏ ਆਪਣੇ ਕੋਲ ਪਾਰਟੀਕਲਸ। ਇਹਦਾ ਮਤਲਬ ਸਾਡੀਆਂ ਟੋਟਲ ਜਿਹੜੇ ਅਰੇਂਜਮੈਂਟਸ ਨੇ ਉਹ ਕੀ ਬਣ ਗਏ, ਉਹ ਬਣ ਗਏ GI NI + GI-1 ਦਾ ਫੈਕਟੋਰੀਅਲ। ਫੈਕਟੋਰੀਅਲ ਦਾ ਮਤਲਬ ਹੈ ਬੇਟਾ ਅੱਗੇ ਆਪਾਂ ਇਹਨੂੰ ਫਰਦਰ ਅਗਲੇ ਪਾਰਟੀਕਲਸ ਲਈ ਐਕਸਟੈਂਡ ਕਰ ਸਕਦੇ ਹੁੰਦੇ ਆ। ਇਹ ਆਪਣੇ ਟੋਟਲ ਅਰੇਂਜਮੈਂਟਸ ਬਣ ਗਏ, ਇਹ ਆਪਣੇ ਕੀ ਬਣ ਗਏ, ਟੋਟਲ ਅਰੇਂਜਮੈਂਟਸ ਬਣ ਗਏ। ਕਲੀਅਰ ਹੈ? ਹੁਣ ਜਿਹੜੇ ਪਾਰਟੀਕਲਸ ਨੇ ਉਹਨਾਂ ਦਾ ਆਪਸ 'ਚ ਅਰੇਂਜਮੈਂਟ ਮੀਨਿੰਗਲੈਸ ਹੈ। NI ਪਾਰਟੀਕਲਸ ਦਾ ਆਪਸ 'ਚ ਅਰੇਂਜਮੈਂਟ ਕੀ ਹੈ, ਮੀਨਿੰਗਲੈਸ ਹੈ। ਉਸੇ ਤਰ੍ਹਾਂ ਜਿਹੜੇ ਸੈਲਸ ਨੇ, ਸੈਲਸ ਦਾ ਵੀ ਜਿਹੜਾ ਆਪਸ 'ਚ ਉਹਨਾਂ ਦਾ ਅਰੇਂਜਮੈਂਟ ਹੈ ਉਹ ਵੀ ਮੀਨਿੰਗਲੈਸ ਹੈ। ਠੀਕ ਹੈ? ਕਿਉਂਕਿ ਜਦੋਂ ਸੈੱਲ ਇਕੁਅਲ ਸਾਈਜ਼ ਦੇ ਨੇ ਤਾਂ ਸਾਡੇ ਲਈ ਉੱਥੇ ਕੋਈ ਪ੍ਰਾਇੋਰਟੀ ਨਹੀਂ ਹੈ ਕਿ ਫਸਟ ਸੈੱਲ ਕਿਹੜਾ, ਸੈਕਿੰਡ ਸੈੱਲ ਪਾਰਟੀਕਲ ਕਿਸੇ ਵੀ ਸੈੱਲ 'ਚ ਜਾ ਸਕਦਾ ਹੈ। ਮਤਲਬ ਉੱਥੇ ਜੇ ਪਾਰਟੀਕਲ ਕਿਸੇ ਵੀ ਸੈੱਲ ਦੇ ਵਿੱਚ ਪਿਆ ਤਾਂ ਉਹ ਇਕੁਅਲੀ ਐਪਲੀਕੇਬਲ ਹੈ। ਦੈਟ ਮੀਨਸ NI ਫੈਕਟੋਰੀਅਲ ਮਤਲਬ ਪਾਰਟੀਕਲਸ ਦਾ ਆਪਸ 'ਚ ਅਰੇਂਜਮੈਂਟ, ਸੈਲਸ ਦਾ ਆਪਸ 'ਚ ਅਰੇਂਜਮੈਂਟ ਕੀ ਹੈ, ਮੀਨਿੰਗਲੈਸ ਹੈ। ਤਾਂ ਆਪਣੇ ਅਕੋਰਡਿੰਗ ਟੂ ਜਿਸ ਤਰ੍ਹਾਂ ਆਪਾਂ ਕਰਦੇ ਆ ਰਹੇ ਹਾਂ, ਟੋਟਲ ਅਰੇਂਜਮੈਂਟਸ ਕੀ ਹੁੰਦੇ ਨੇ, ਨੰਬਰ ਆਫ ਮੀਨਿੰਗਫੁਲ ਇਨਟੂ ਨੰਬਰ ਆਫ ਮੀਨਿੰਗਲੈਸ। ਹੁਣ ਟੋਟਲ ਅਰੇਂਜਮੈਂਟਸ ਆਪਣੇ ਕਿੰਨੇ ਸੀ, ਫਸਟ ਪਾਰਟੀਕਲ ਦਾ GI ਸੈੱਲ 'ਚ ਜਾ ਸਕਦਾ ਹੈ, ਉਸ ਤੋਂ ਅਗਲਾ ਇੱਕ ਘੱਟ 'ਚ ਚਲਾ ਜਾਊ, ਉਸ ਤੋਂ ਅਗਲਾ 2 ਘੱਟ 'ਚ ਚਲਾ ਜਾਊਗਾ। ਤਾਂ GI NI + GI-1 ਫੈਕਟੋਰੀਅਲ ਆਪਣੇ ਟੋਟਲ ਮੀਨਿੰਗਫੁਲ ਟੋਟਲ ਅਰੇਂਜਮੈਂਟਸ ਨੇ। ਮੀਨਿੰਗਫੁਲ ਆਪਾਂ ਨੇ ਕੱਢਣੇ ਸੀਗੇ। ਮੀਨਿੰਗਲੈਸ ਅਰੇਂਜਮੈਂਟਸ ਕਿੰਨੇ ਨੇ, NI ਫੈਕਟੋਰੀਅਲ GI ਫੈਕਟੋਰੀਅਲ। ਤਾਂ ਉਹਦੇ ਤੋਂ ਆਪਣੇ ਮੀਨਿੰਗਫੁਲ ਅਰੇਂਜਮੈਂਟਸ ਕਿੰਨੇ ਹੋ ਗਏ, ਮੀਨਿੰਗਫੁਲ ਅਰੇਂਜਮੈਂਟਸ ਕਿੰਨੇ ਹੋ ਗਏ ਬੇਟਾ, ਇਹ ਵੈਲਿਊ ਨੀਚੇ ਆ ਜੂਗੀ, GI NI + GI-1 ਫੈਕਟੋਰੀਅਲ, GI ਫੈਕਟੋਰੀਅਲ NI ਫੈਕਟੋਰੀਅਲ। ਤਾਂ ਆਪਣੇ ਮੀਨਿੰਗਫੁਲ ਅਰੇਂਜਮੈਂਟਸ ਕੀ ਨੇ, ਹੁਣ ਦੇਖੋ GI ਐਜ਼ ਇਟ ਇਜ਼ ਆ ਗਿਆ, ਉੱਪਰ ਸਾਰੀ ਵੈਲਿਊ ਐਜ਼ ਇਟ ਇਜ਼ ਹੈ, ਨੀਚੇ ਆਪਾਂ ਇਹਨੂੰ ਥੋੜਾ ਜਿਹਾ ਐਕਸਪੈਂਡ ਕਰ ਲੈਂਦੇ ਆ, GI-1 ਫੈਕਟੋਰੀਅਲ NI ਫੈਕਟੋਰੀਅਲ। ਕਲੀਅਰ ਹੈ? ਇੱਥੇ GI ਨਾਲ GI ਕੈਂਸਲ ਹੋ ਜਾਊਗਾ, ਤੁਹਾਡੇ ਕੋਲ ਕੀ ਰਹਿ ਗਿਆ, NI + GI-1 ਫੈਕਟੋਰੀਅਲ, GI-1 ਫੈਕਟੋਰੀਅਲ ਇਨਟੂ NI ਫੈਕਟੋਰੀਅਲ। ਕਲੀਅਰ ਹੈ? ਇਹ ਸੀ ਬੇਟਾ ਫॉर ith ਪਾਰਟੀਕਲ। ਅਗਰ ਅਸੀਂ ਐਜ਼ ਅ ਹੋਲ ਸਾਰਾ ਸਿਸਟਮ ਕੰਸੀਡਰ ਕਰਦੇ ਹਾਂ ਤਾਂ ਆਪਾਂ ਇਹਨੂੰ ਲਿਖਾਂਗੇ ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ ਦੇ ਨਾਲ, ਕਿਉਂਕਿ ਮੀਨਿੰਗਫੁਲ ਅਰੇਂਜਮੈਂਟਸ ਦਾ ਮਤਲਬ ਹੈ ਥਰਮੋਡਾਇਨਾਮਿਕ ਪ੍ਰੋਬੇਬਿਲਿਟੀ। ਤਾਂ ਇਹਦਾ ਆਪਣਾ ਸਮੀਸ਼ਨ ਹੋ ਗਿਆ ਇੱਕ ਤਰ੍ਹਾਂ ਦਾ, I = 1 to k NI। ਬੇਟਾ ਦੇਖੋ ਜਦੋਂ ਮਲਟੀਪਲਾਈ ਦੇ ਵਿੱਚ ਟਰਮਸ ਹੁੰਦੀਆਂ ਨੇ ਨਾ, ਉਦੋਂ ਅਸੀਂ ਪਾਈ ਦਾ ਸਿੰਬਲ ਯੂਜ਼ ਕਰਦੇ ਹਾਂ, ਕਿਉਂਕਿ ਫਸਟ ਪਾਰਟੀਕਲ ਦੀ ਪ੍ਰੋਬੇਬਿਲਿਟੀ ਇਨਟੂ ਸੈਕਿੰਡ ਦੀ, ਥਰਡ ਦੀ, ਫੋਰਥ ਦੀ ਐਂਡ ਸੋ ਔਨ ਆਊਗਾ। ਦੈਟਸ ਵਾਈ ਆਪਾਂ ਪਾਈ ਸਿੰਬਲ ਯੂਜ਼ ਕਰਦੇ ਹਾਂ ਇੱਥੇ। ਕਲੀਅਰ ਹੈ? ਨੈਕਸਟ ਹੈ ਇਸ ਟਰਮ ਦਾ, ਦੇਖੋ ਸਟੈਪਸ ਆਪਣੇ ਉਹੀ ਨੇ ਜੋ ਆਪਾਂ ਮੈਕਸਵੈਲ ਦੇ ਵਿੱਚ ਫੋਲੋ ਕੀਤੇ ਸੀ ਕਿ ਪਹਿਲਾਂ ਤੁਸੀਂ W ਫਾਈਂਡ ਆਊਟ ਕਰੋ, ਫਿਰ ਤੁਸੀਂ ਉਹਦਾ ਲੌਗ ਲਓ, ਲੌਗ ਤੋਂ ਬਾਅਦ ਉਹਦੀ ਡਿਫਰੈਂਸ਼ੀਏਸ਼ਨ ਕਰੋ, ਡਿਫਰੈਂਸ਼ੀਏਸ਼ਨ ਨੂੰ = 0 ਪੁੱਟ ਕਰਕੇ ਉੱਥੋਂ ਆਪਾਂ ਮੈਕਸਿਮਮ ਦੀ ਜਿਹੜੀ ਕੰਡੀਸ਼ਨ ਉਹ ਫਾਈਂਡ ਆਊਟ ਕਰ ਲਾਂਗੇ। ਸੇਮ ਸਟੈਪਸ ਆਪਾਂ ਨੂੰ ਉਰੇ ਫੋਲੋ ਕਰਨੇ ਨੇ, ਬਸ ਫਰਕ ਕੀ ਹੁੰਦਾ ਹੈ,
ਤਿੰਨੋਂ ਤਰ੍ਹਾਂ ਦੀਆਂ ਸਟੈਟਿਸਟਿਕਸ ਦੇ ਵਿੱਚ ਜਿਹੜੀ ਆਹ ਵਾਲੀ ਬੇਸਿਕ ਇਕੁਏਸ਼ਨ ਬਣਨੀ ਹੈ, ਇਹ ਇਕੁਏਸ਼ਨ ਡਿਫਰੈਂਟ ਹੈ। ਉਹ ਅਕੋਰਡਿੰਗ ਟੂ ਨੇਚਰ ਆਫ दैट ਪਾਰਟੀਕਲਸ ਹੈ ਜਾਂ ਉਸ ਸਟੈਟਿਸਟਿਕਸ ਦੀਆਂ ਜੋ ਆਪਣੀਆਂ ਕੰਡੀਸ਼ਨਸ ਨੇ ਉਹਦੇ ਅਕੋਰਡਿੰਗ ਹੈ। ਤਾਂ ਅਗਰ ਅਸੀਂ ਇਹਦਾ ਦੇਖੋ ਲੌਗ ਲੈਂਦੇ ਹਾਂ, log w is equal to log ni plus gi minus 1 factorial log gi minus 1 factorial minus log ni factorial। क्लियर है। ਹੁਣ ਨੈਕਸਟ ਕੀ ਕਰਦੇ ਹੁੰਦੇ ਅਸੀਂ, ਸਟਰਲਿੰਗ ਫਾਰਮੂਲਾ ਅਪਲਾਈ ਕਰਤਾ, log w is equal to n log n ਕਰਨਾ ਹੈ, n log n minus n ਕਰਦੇ ਹੁੰਦੇ ਅਸੀਂ ਫਾਰਮੂਲੇ ਦੇ ਵਿੱਚ। ਇਹ ਸਾਰਾ ਹੁਣ ਆਪਣਾ n ਹੈ, n log n minus n। ਸਿਮਿਲਰਲੀ ਇੱਥੇ ਵੀ ਫੈਕਟੋਰੀਅਲ ਪਿਆ, ਇਹ ਕੀ ਬਣ ਗਿਆ, n log n minus n ਕਰਨਾ ਸੀ, ਇੱਕ ਮਾਈਨਸ ਆਹ ਪਿਆ ਸੀ ਪਲੱਸ ਹੋ ਗਿਆ। ਸਿਮਿਲਰਲੀ ਇੱਥੇ n log n minus n। ਤਾਂ ਇਹਦੇ 'ਚ ਦੇਖੋ ਬੇਟਾ ਕੁਛ ਵੈਲਿਊਜ਼ ਨੇ ਜਿਹੜੀਆਂ ਉਹ ਆਪਣੀਆਂ ਕੈਂਸਲ ਹੋ ਜਾਣਗੀਆਂ, ਜਿਸ ਤਰ੍ਹਾਂ ਐਨ ਆਈ ਇਹਦੇ ਨਾਲ ਕੈਂਸਲ ਹੋ ਜਾਊਗਾ ਕਿਉਂਕਿ ਇਹ ਪਲੱਸ ਦਾ ਬਣ ਗਿਆ, ਇਹ ਮਾਈਨਸ ਦਾ ਹੈ। ਉਸੇ ਤਰ੍ਹਾਂ ਜੀ ਆਈ -1 ਇੱਥੇ ਪਲੱਸ ਮਾਈਨਸ ਦਾ ਪਿਆ, ਇੱਥੇ ਪਲੱਸ ਦਾ ਪਿਆ, ਇਹ ਕੈਂਸਲ ਹੋ ਗਏ। ਦੈਟ ਮੀਨਸ ਤੁਹਾਡੇ ਕੋਲ ਆਹ ਵਾਲੀ ਵੈਲਿਊ ਬਚ ਗਈ ਐਨ ਆਈ ਪਲੱਸ ਜੀ ਆਈ -1 log ਐਨ ਆਈ ਪਲੱਸ ਜੀ ਆਈ -1। ਸਿਮਿਲਰਲੀ ਦਿਸ ਵੈਲਿਊ ਜੀ ਆਈ -1 log ਜੀ ਆਈ -1 ਮਾਈਨਸ ਐਨ log n ਬਚ ਗਿਆ। ਡਿਫਰੈਂਸ਼ੀਏਟਿਡ दैट ਜੀ ਆਈ ਕੌਨਸਟੈਂਟ ਕਿਸੇ ਇੱਕ ਕੰਪਾਰਟਮੈਂਟ ਦੇ ਵਿੱਚ, ਕਿਉਂਕਿ ਸੈੱਲ ਸਾਈਜ਼ ਸਾਨੂੰ ਫਿਕਸ ਕਰਨਾ ਪਊਗਾ, ਸੋ ਦੈਟਸ ਵਾਈ ਜੀ ਆਈ ਜਿਹੜੇ ਬਣਨਗੇ ਉਹ ਕੌਨਸਟੈਂਟ ਹੋਣਗੇ। ਤਾਂ ਇਹਦੇ ਅਕੋਰਡਿੰਗ ਤੁਸੀਂ ਆਪਣੀ ਡਿਫਰੈਂਸ਼ੀਏਸ਼ਨ ਕਰਨੀ ਹੈ, ਡੀ log w ਇਜ਼ ਇਕੁਅਲ ਟੂ ਐਨ ਆਈ ਪਲੱਸ ਜੀ ਆਈ -1। log ਦੀ ਕਿੰਨੀ ਹੋ ਗਈ 1/this, ਠੀਕ ਹੈ। ਉਸ ਤੋਂ ਬਾਅਦ ਕਿਹਦੀ ਹੋਣੀ ਹੈ, ਐਨ ਆਈ ਦੀ ਡੀ ਐਨ ਆਈ ਹੋ ਗਿਆ, ਬਟ ਜੀ ਆਈ ਕੀ ਹੈ ਕੌਨਸਟੈਂਟ, ਇਹਦੀ 0 ਹੋ ਜਾਏਗੀ। ਸਿਮਿਲਰਲੀ ਬੇਟਾ ਇਹਦੇ 'ਚ ਆਪਾਂ ਦੇਖੋ ਹੁਣ ਫਸਟ ਵੈਲਿਊ ਐਜ਼ ਇਟ ਇਜ਼ ਰੱਖੀ ਸੀ, ਸੈਕਿੰਡ ਦੀ ਕੀਤੀ, ਹੁਣ ਸੈਕਿੰਡ ਐਜ਼ ਇਟ ਇਜ਼ ਰੱਖ ਕੇ ਫਸਟ ਦੀ ਕਰਾਂਗੇ। ਤਾਂ ਸੈਕਿੰਡ ਐਜ਼ ਇਟ ਇਜ਼ ਰੱਖੀ ਤਾਂ log ਐਨ ਆਈ ਪਲੱਸ ਜੀ ਆਈ -1 ਰਹਿ ਗਿਆ। ਇਹ ਸਾਰੇ ਦੀ ਡਿਫਰੈਂਸ਼ੀਏਸ਼ਨ ਕੀ ਹੋਊਗੀ, ਡੀ ਐਨ ਆਈ ਬਣ ਜੂਗੀ। ਤਾਂ ਆਪਣੀ ਫਸਟ ਟਰਮ ਇਹਦੇ 'ਚ ਸੋਲਵ ਹੋਗੀ। क्लियर है। ਇਹਦੀ ਡਿਫਰੈਂਸ਼ੀਏਸ਼ਨ ਕੀ ਹੋਗੀ, 0 ਹੋਗੀ। ਮਾਈਨਸ ਫਸਟ ਟਰਮ ਐਜ਼ ਇਟ ਇਜ਼ ਸੈਕਿੰਡ ਦੀ log ਐਨ ਆਈ ਦੀ 1/ni ਡੀ ਐਨ ਆਈ ਪਲੱਸ ਡੀ ਐਨ ਆਈ log ਐਨ ਆਈ। ਕਲੀਅਰ ਹੈ। ਆਪਾਂ ਨੇ ਸੈਕਿੰਡ ਟਰਮ ਐਜ਼ ਇਟ ਇਜ਼ ਰੱਖ ਲਈ, ਫਸਟ ਦੀ ਡਿਫਰੈਂਸ਼ੀਏਸ਼ਨ ਕਰ ਲਈ। ਤਾਂ ਅਗਰ ਅਸੀਂ ਧਿਆਨ ਨਾਲ ਦੇਖੀਏ ਆਹ ਟਰਮ ਕੈਂਸਲ ਹੋ ਗਈ, ਤੁਹਾਡੇ ਕੋਲ ਕੀ ਬਚ ਗਿਆ, ਸਿਰਫ ਡੀ ਐਨ ਆਈ ਬਚ ਗਿਆ। ਸੈਕਿੰਡ ਟਰਮ ਡੀ ਐਨ ਆਈ log ਐਨ ਆਈ ਪਲੱਸ ਜੀ ਆਈ -1 ਮਾਈਨਸ ਐਨ ਆਈ ਨਾਲ ਐਨ ਆਈ ਕੱਟਿਆ ਗਿਆ, ਮਾਈਨਸ ਦਾ ਡੀ ਐਨ ਆਈ ਹੋ ਗਿਆ, ਪਲੱਸ ਮਾਈਨਸ ਡੀ ਐਨ ਆਈ log ਐਨ ਆਈ ਬਣ ਗਿਆ। ਕਲੀਅਰ ਹੈ। ਤਾਂ ਇਹਦੇ 'ਚੋਂ ਦੇਖੋ ਬੇਟਾ ਡੀ ਐਨ ਆਈ ਸਾਰੀਆਂ ਟਰਮਸ ਦੇ ਵਿੱਚ ਪਿਆ, ਡੀ ਐਨ ਆਈ ਆਪਾਂ ਕਾਮਨ ਕੱਢ ਲੈਂਦੇ ਹਾਂ। ਕਾਮਨ ਕੱਢਦੇ ਹਾਂ ਤਾਂ ਦੇਖੋ ਇੱਕ ਡੀ ਐਨ ਆਈ ਇੱਥੇ ਕੈਂਸਲ ਹੋ ਚੁੱਕਿਆ ਹੈ, log ਐਨ ਆਈ ਪਲੱਸ ਜੀ ਆਈ -1 ਮਾਈਨਸ log ਐਨ ਆਈ ਬਣ ਗਿਆ। ਹੁਣ ਕਿਉਂਕਿ ਐਨ ਆਈ ਬਹੁਤ ਲਾਰਜ ਹੈ, ਕਿਉਂਕਿ ਆਪਾਂ ਪੜ੍ਹ ਰਹੇ ਹਾਂ ਕਿ ਹਰ ਇੱਕ ਸਿਸਟਮ ਦੇ ਵਿੱਚ ਨੰਬਰ ਆਫ ਪਾਰਟੀਕਲਸ ਨੇ ਜਿਹੜੇ ਉਹਨਾਂ ਦੀ ਕਾਊਂਟਿੰਗ ਬਹੁਤ ਲਾਰਜ ਹੈ। ਦੈਟਸ ਵਾਈ ਜਿਹੜਾ ਐਨ ਆਈ ਪਲੱਸ ਜੀ ਆਈ -1 ਹੈ, ਐਨ ਆਈ ਪਲੱਸ ਜੀ ਆਈ -1 ਹੈ, ਇਹਨੂੰ ਆਪਾਂ ਅਪਰੋਕਸੀਮੇਟਲੀ ਐਨ ਆਈ ਪਲੱਸ ਜੀ ਆਈ ਲਿਖ ਸਕਦੇ ਹਾਂ। 1 ਨੂੰ ਇੱਥੇ ਛੋੜ ਕੇ ਦਿੱਤਾ ਕਿਉਂਕਿ ਐਨ ਆਈ ਦੀ ਕਾਊਂਟਿੰਗ ਨੰਬਰ ਆਫ ਪਾਰਟੀਕਲਸ ਦੀ ਕਾਊਂਟਿੰਗ ਜ਼ਿਆਦਾ ਹੈ। ਸੋ ਆਪਣੀ ਜਿਹੜੀ ਇਕੁਏਸ਼ਨ ਹੈ ਦੇਖੋ ਕੀ ਬਣ ਗਈ, ਡੀ log w log ਐਨ ਆਈ ਪਲੱਸ ਜੀ ਆਈ ਮਾਈਨਸ log ਐਨ ਆਈ ਡੀ ਐਨ ਆਈ ਸੀ। ਮੋਸਟ ਪ੍ਰੋਬੇਬਲ ਸਟੇਟ ਦੇ ਲਈ ਅਸੀਂ ਕੀ ਕਰਦੇ ਹੁੰਦੇ ਹਾਂ, ਇਹਨੂੰ ਇਜ਼ ਇਕੁਅਲ ਟੂ 0 ਪੁੱਟ ਕੀਤਾ। ਤਾਂ ਜਦੋਂ ਅਸੀਂ 0 ਪੁੱਟ ਕਰਦੇ ਹਾਂ ਇਹਨੂੰ log ਐਨ ਆਈ ਪਲੱਸ ਜੀ ਆਈ ਮਾਈਨਸ log ਐਨ ਆਈ ਡੀ ਐਨ ਆਈ, ਤੇ ਸਾਡੀ ਫਸਟ ਨੰਬਰ ਇਕੁਏਸ਼ਨ ਬਣ ਗਈ। ਹੁਣ ਆਪਾਂ ਨੇ ਇਹਦੇ ਤੇ ਦੋ ਹੀ ਕੰਡੀਸ਼ਨਸ ਲਗਾਉਣੀਆਂ ਹੁੰਦੀਆਂ ਨੇ ਕਿ ਨੰਬਰ ਆਫ ਪਾਰਟੀਕਲਸ ਕਾਂਸਟੈਂਟ ਨੇ, ਇਸ ਕਰਕੇ ਸਮੀਸ਼ਨ ਉਹਦਾ ਕੀ ਹੋ ਗਿਆ, ਮਤਲਬ ਡਿਫਰੈਂਸ਼ੀਏਸ਼ਨ ਕੀ ਹੋਗੀ, 0 ਹੋਗੀ। ਐਨ ਆਈ ਯੂ ਆਈ ਕਾਂਸਟੈਂਟ ਨੇ ਤਾਂ ਯੂ ਆਈ ਡੀ ਐਨ ਆਈ ਇਜ਼ ਇਕੁਅਲ ਟੂ 0, ਇਹਦੀ ਡਿਫਰੈਂਸ਼ੀਏਸ਼ਨ ਕਰ ਲਈ। ਫਸਟ ਨੂੰ ਅਸੀਂ ਕਰਨਾ ਹੁੰਦਾ ਐਲਫਾ ਦੇ ਨਾਲ, ਸੈਕਿੰਡ ਨੂੰ ਅਸੀਂ ਕਰਨਾ ਹੁੰਦਾ ਬੀਟਾ ਦੇ ਨਾਲ। ਤਾਂ ਜਦੋਂ ਅਸੀਂ ਫਸਟ ਨੂੰ ਐਲਫਾ ਦੇ ਨਾਲ ਕਰਾਂਗੇ, ਸੈਕਿੰਡ ਨੂੰ ਬੀਟਾ ਦੇ ਨਾਲ ਕਰਾਂਗੇ ਔਰ ਉਹਨੂੰ ਫਸਟ ਨੰਬਰ ਇਕੁਏਸ਼ਨ ਚੋਂ ਮਾਈਨਸ ਕਰਾਂਗੇ, ਦੇਖੋ log ਐਨ ਆਈ ਪਲੱਸ ਜੀ ਆਈ log ਐਨ ਆਈ ਡੀ ਐਨ ਆਈ ਮਾਈਨਸ ਐਲਫਾ ਡੀ ਐਨ ਆਈ ਮਾਈਨਸ ਬੀਟਾ ਯੂ ਆਈ ਡੀ ਐਨ ਆਈ ਇਜ਼ ਇਕੁਅਲ ਟੂ 0। ਤਾਂ ਕੰਟੀਨਿਊਸ ਡਿਸਟ੍ਰੀਬਿਊਸ਼ਨ ਦੇ ਲਈ ਕੀ ਹੈ, log ਐਨ ਆਈ ਪਲੱਸ ਜੀ ਆਈ ਸਮੀਸ਼ਨ ਖਤਮ ਹੋ ਜਾਊਗਾ, log ਐਨ ਆਈ ਇਜ਼ ਇਕੁਅਲ ਟੂ ਐਲਫਾ ਪਲੱਸ ਬੀਟਾ ਯੂ ਆਈ, log ਐਨ ਆਈ ਪਲੱਸ ਜੀ ਆਈ ਪੌਨ ਐਨ ਆਈ ਇਜ਼ ਇਕੁਅਲ ਟੂ ਐਲਫਾ ਪਲੱਸ ਬੀਟਾ ਯੂ ਆਈ। ਕਲੀਅਰ ਹੈ ਬੇਟਾ। ਇਹ ਨੀਚੇ ਆ ਗਿਆ ਅਕੋਰਡਿੰਗ ਟੂ log ਰੂਲ। ਇਹਦੇ 'ਚ ਆਪਾਂ log ਨੂੰ ਉੱਧਰ ਲੈ ਜਾਵਾਂਗੇ, log ਉੱਧਰ ਜਾ ਕੇ ਐਕਸਪੋਨੈਂਸ਼ੀਅਲ ਦੀ ਫਾਰਮ 'ਚ ਆ ਗਿਆ, ਇੱਥੇ ਐਨ ਆਈ ਨੂੰ ਐਨ ਆਈ ਦੇ ਨਾਲ ਡਿਵਾਈਡ ਕਰਾਂਗੇ, 1 ਬਣ ਗਿਆ ਜੀ ਆਈ ਪੌਨ ਐਨ ਆਈ। ਆਪਾਂ ਨੇ ਕੀ ਕੈਲਕੂਲੇਟ ਕਰਨਾ ਹੈ, ਆਪਾਂ ਨੇ ਕੈਲਕੂਲੇਟ ਕਰਨਾ ਹੈ ਐਨ ਆਈ, ਮਤਲਬ ਡਿਸਟ੍ਰੀਬਿਊਸ਼ਨ ਕੈਲਕੂਲੇਟ ਕਰਨੀ ਹੈ। ਤਾਂ ਇਹ 1 ਉੱਧਰ ਜਾ ਕੇ ਕੀ ਹੋ ਗਿਆ, ਮਾਈਨਸ ਦਾ ਹੋ ਗਿਆ। ਕਲੀਅਰ ਹੈ। ਐਨ ਆਈ ਉੱਪਰ ਚਲਾ ਜਾਊਗਾ, ਜੀ ਆਈ ਨੀਚੇ ਆ ਗਿਆ। ਤਾਂ ਇਸ ਕੇਸ ਦੇ ਵਿੱਚ ਇਨ ਬੋਥ ਆਇਨਸਟਾਈਨ ਸਟੈਟਿਸਟਿਕਸ
ਨੰਬਰ ਆਫ ਪਾਰਟੀਕਲਸ ਨੇ ਜਿਹੜੇ ਉਹ GI e⁻⁴ alpha plus beta ui -1 ਬਣ ਗਿਆ। ਹੁਣ ਦੇਖੋ ਤੁਸੀਂ ਅਗਰ ਇਕੁਏਸ਼ਨ ਧਿਆਨ ਨਾਲ ਦੇਖ ਰਹੇ ਹੋ ਤਾਂ ਜਿਹੜਾ ਆਪਣਾ ਮੈਕਸਵੈਲ ਸਟੈਟਿਸਟਿਕਸ ਸੀਗਾ ਉਹ ਵੀ ਸੇਮ ਆਲਮੋਸਟ ਇਹੀ ਇਕੁਏਸ਼ਨ ਸੀ, ਬਸ ਉਹਦੇ 'ਚ -1 ਨਹੀਂ ਆਇਆ ਸੀ। ਇਹਦੇ 'ਚ ਕੀ ਆ ਗਿਆ, ਇਹਦੇ 'ਚ -1 ਇਹਦੇ ਨਾਲ ਐਕਸਟਰਾ ਆ ਗਿਆ। ਜਦੋਂ ਤੁਸੀਂ ਅਗਲੀ ਸਟੈਟਿਸਟਿਕਸ ਪੜ੍ਹੋਗੇ ਉਹਦੇ 'ਚ ਉਰੇ +1 ਆ ਜਾਊਗਾ। ਮਤਲਬ ਐਕਸਪ੍ਰੈਸ਼ਨ ਆਲਮੋਸਟ ਸੇਮ ਹੈ, ਬਸ ਥੋੜਾ ਜਿਹਾ ਇਹਦੀਆਂ ਕੰਡੀਸ਼ਨਸ ਦੇ ਅਪਰੋਚ ਜਿਹੜੀ ਹੈ ਉਹ ਡਿਫਰੈਂਟ ਹੈ। ਉਹ ਡਿਫਰੈਂਟ ਹੋਣ ਕਰਕੇ ਆਪਣੇ ਜਿਹੜੇ ਰਿਜ਼ਲਟਸ ਨੇ ਉਹ ਡਿਫਰੈਂਟ ਆਉਣਗੇ। ਕਲੀਅਰ ਹੈ? -1 ਇਹ ਐਕਸਟਰਾ ਹੈ ਬੇਟਾ ਇਹਦੇ ਵਿੱਚ। ਇੱਥੇ ਬੀਟਾ ਦੀ ਵੈਲਿਊ ਉਹੀ ਲਵਾਂਗੇ ਆਪਾਂ 1/kT ਕੰਸੀਡਰ ਕਰਾਂਗੇ। ਤਾਂ ਹੁਣ ਇਹੀ ਜਿਹੜੀ ਇਕੁਏਸ਼ਨ ਹੈ, ਅਗਰ ਅਸੀਂ ਇਹਨੂੰ એનર્ਜੀ ਦੀ ਫਾਰਮ 'ਚ ਕਨਵਰਟ ਕਰਨਾ ਚਾਹੁੰਦੇ ਆ ਤਾਂ ਅਸੀਂ ਇਹਨੂੰ ਕੀ ਲਿਖ ਲਾਂਗੇ? ਦੇਖੋ ਆ ਸਾਰੀ ਇਕੁਏਸ਼ਨ ਹੈ, ਇਹਨੂੰ ਲਿਖ ਲਾਂਗੇ ਆਪਾਂ NU/DU। GI ਦੀ ਜਗ੍ਹਾ ਕੀ ਲਿਖ ਲਿਆ? GU/DU e⁻⁴ beta u -1। ਹੁਣ ਬੀਟਾ ਦੀ ਵੈਲਿਊ ਪਤਾ ਹੀ ਹੈ ਸਾਨੂੰ, ਬੀਟਾ ਦੀ ਵੈਲਿਊ ਕਿੰਨੀ ਹੈ? 1/kT ਹੈ। ਕਲੀਅਰ ਹੈ? ਇੱਥੇ ਆ ਗਏ ਆਪਣੇ ਕੋਲ ਨੰਬਰ ਆਫ ਪਾਰਟੀਕਲਸ ਜਿਨ੍ਹਾਂ ਦੀ ਰੇਂਜ ਕੀ ਹੈ, ਜਿਨ੍ਹਾਂ ਦੀ એનર્ਜੀ ਰੇਂਜ ਹੈ ਫਰੋਮ U to U + DU। ਕਲੀਅਰ ਹੈ ਬੇਟਾ? ਇੱਥੇ ਬੋਸ ਆਇਨਸਟਾਈਨ ਸਟੈਟਿਸਟਿਕਸ ਦਾ ਆਪਣੇ ਕੋਲ ਰਿਜ਼ਲਟ ਆ ਗਿਆ। ਹੁਣ ਇਹ ਸਟੈਟਿਸਟਿਕਸ ਨੂੰ ਫਰਦਰ ਆਪਾਂ ਨੇ ਅਪਲਾਈ ਕਰਨਾ ਹੈ। ਆਪਾਂ ਨੇ ਅਪਲਾਈ ਕਰਨਾ ਬਲੈਕ ਬਾਡੀ ਰੇਡੀਏਸ਼ਨਸ ਤੇ ਉਹਦੇ ਤੋਂ ਹੀ ਆਪਾਂ ਨੇ ਫਰਦਰ ਪਲੈਂਕਸ ਲਾ ਡਰਾਈਵ ਕਰਨਾ ਹੈ। ਉਹ ਸਾਰਾ ਕਨਸੈਪਟ ਬੇਟਾ ਯੂਜ਼ ਹੋਊਗਾ ਜਾਂ ਪ੍ਰੂਵ ਹੋਊਗਾ ਬਾਈ ਯੂਜ਼ਿੰਗ ਬੋਸ ਆਇਨਸਟਾਈਨ ਸਟੈਟਿਸਟਿਕਸ। ਤਾਂ ਫਿਲਹਾਲ ਤੁਸੀਂ ਇੱਥੇ ਤੱਕ ਇਸ ਇਕੁਏਸ਼ਨ ਨੂੰ ਪੜ੍ਹੋ, ਤੇ ਜਿਹੜਾ ਨੈਕਸਟ ਬਲੈਕ ਬਾਡੀ ਰੇਡੀਏਸ਼ਨ ਦਾ ਕਨਸੈਪਟ ਹੈ ਉਹ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ। ਥੈਂਕਸ ਅ ਲੋਟ।